ਅੱਜ ਵਿੱਚ ਜੀ ਛੱਡ ਕੱਲ ਦੇ ਖਿਆਲ ਨੂੰ, ਲੱਭ ਨਾ ਜਵਾਬ ਪਿਆ ਰਹਿਣ ਦੇ ਸਵਾਲ ਨੂੰ। ਛੱਡ ਦੇ ਉਦਾਸੀ, ਰੱਖ ਉਹਦੇ ਉੱਤੇ ਡੋਰਾਂ, ਚਲਾਕੀਆਂ 'ਚ ਘਾਟੇ ਕਾਹਤੋਂ ਲਾਉਣਾ ਜੋੜਾਂ ਤੋੜਾਂ, ਚਲਾਕੀਆਂ 'ਚ ਘਾਟੇ ਕਾਹਤੋਂ ਲਾਉਣਾ ਜੋੜਾਂ ਤੋੜਾਂ। ਜ਼ਿੰਦਾ ਦਿਲ ਜ਼ਿੰਦਗੀਆਂ ਪੂਰੀ ਚਿੱਲ ਜ਼ਿੰਦਗੀਆਂ, ਮਸਾ ਮਸਾ ਤੈਨੂੰ ਇਹ ਮਿਲੀ ਜ਼ਿੰਦਗੀ। ਨੂੰ ਇਸ ਵੀਡੀਓ ਦੇ ਵਿੱਚ ਡਿਸਕਸ ਕਰ ਰਹੇ ਹਾਂ ਟੋਲਰੈਂਸ ਜਾਂ ਸਹਿਨਸ਼ੀਲਤਾ। ਇਹ ਇਸ ਟੌਪਿਕ ਦਾ ਨਾਮ ਹੈ। ਇਸ ਟੌਪਿਕ ਦੇ ਵਿੱਚ ਅਸੀਂ ਸਭ ਤੋਂ ਪਹਿਲੇ ਇਹ ਜਾਣਾਂਗੇ ਕਿ ਸਹਿਨਸ਼ੀਲਤਾ ਜਾਂ ਟੋਲਰੈਂਸ ਦਾ ਮਤਲਬ ਕੀ ਹੁੰਦਾ ਹੈ। ਵਟ ਇਜ਼ ਦ ਮੀਨਿੰਗ ਆਫ ਟੋਲਰੈਂਸ। ਇਹਦੇ ਅਰਥ ਨੂੰ ਸਮਝਣਾ ਬਹੁਤ ਹੀ ਜ਼ਰੂਰੀ ਹੈ। ਅਤੇ ਸਹਿਨਸ਼ੀਲਤਾ ਸਹਿਜ ਅਤੇ ਸਬਰ ਨਾਲ ਜੀਵਨ ਜਿਉਣ ਦੀ ਇੱਕ ਭਾਵਨਾ ਹੈ। ਅਸੀਂ ਕਹਿ ਸਕਦੇ ਹਾਂ ਕਿ ਟੋਲਰੈਂਸ ਇਜ਼ ਅ ਸਪਿਰਿਟ ਟੂ ਲਿਵ ਵਿਦ ਪੇਸ਼ੈਂਸ ਐਂਡ ਹੰਬਲਨੈਸ। ਹੰਬਲਨੈਸ ਨਿਮਰਤਾ ਦੇ ਵਿੱਚ ਰਹਿਣਾ, ਸਹਿਜ ਵਿੱਚ ਰਹਿਣਾ, ਔਰ ਇਹੀ ਇੱਕ ਜ਼ਿੰਦਗੀ ਦਾ ਬਹੁਤ ਹੀ ਅਹਿਮ ਗੁਣ ਵੀ ਕਿਹਾ ਜਾ ਸਕਦਾ ਹੈ, ਜਿਹਦੇ ਨਾਲ ਕਿ ਅਸੀਂ ਆਪਣੀ ਲਾਈਫ ਨੂੰ ਸਮੂਥਲੀ ਚਲਾ ਸਕਦੇ ਹਾਂ। ਔਰ ਇਸ ਫੈਕਟ ਦੇ ਰਿਗਾਰਡਿੰਗ ਇਹ ਵੀ ਕਿਹਾ ਗਿਆ ਹੈ ਕਿ ਦਿਸ ਵਰਚੂ ਇਜ਼ ਰਿਲੇਟਡ ਵਿਦ ਦ ਆਰਟ ਆਫ ਲਿਵਿੰਗ। ਆਰਟ ਆਫ ਲਿਵਿੰਗ ਜੀਵਨ ਦੇ ਰਹਿਣ ਦੇ ਤੌਰ ਤਰੀਕੇ ਦੇ ਨਾਲ ਜੁੜਿਆ ਹੋਇਆ ਇੱਕ ਗੁਣ ਹੈ। ਔਰ ਮੀਨਿੰਗ ਤੋਂ ਬਾਅਦ ਅਸੀਂ ਗੱਲ ਕਰਾਂਗੇ ਕਿ ਐਕਚੁਅਲੀ ਸਾਨੂੰ ਇਸ ਸਹਿਨਸ਼ੀਲਤਾ ਦਾ ਕੀ ਫਾਇਦਾ ਹੋ ਸਕਦਾ ਹੈ ਆਪਣੀ ਜ਼ਿੰਦਗੀ ਦੇ ਵਿੱਚ। ਇਸ ਗੁਣ ਦਾ ਸਾਨੂੰ ਕੀ ਲਾਭ ਹੋ ਸਕਦਾ ਹੈ। ਵਟ ਵਿਲ ਬੀ ਦ ਬੈਨੀਫਿਟ ਆਫ ਦਿਸ ਕੁਆਲਿਟੀ ਆਫ ਟੋਲਰੈਂਸ। ਕਿ ਇਹ ਭਾਵਨਾ ਅਸਲ ਵਿੱਚ ਵੈਰ ਵਿਰੋਧ ਈਰਖਾ ਤੋਂ ਉੱਪਰ ਉੱਠ ਕੇ ਸਹਿਜ ਵਾਲੇ ਜੀਵਨ ਦੇ ਨਾਲ ਜੁੜੀ ਹੋਈ ਗੱਲ ਹੈ। In other words, it means to accept the merits of others with patience. ਦੂਸਰਿਆਂ ਨੂੰ ਸਵੀਕਾਰ ਕਰਨਾ ਹੀ ਟੋਲਰੈਂਸ ਹੈ। ਜਿਸ ਤਰ੍ਹਾਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਤੌਰ ਤਰੀਕੇ ਦੇ ਨਾਲ ਜੀਵਨ ਜਿਉਂਦੇ ਹਾਂ, ਆਪਣੇ ਤਰੀਕੇ ਨਾਲ ਬੈਠਦੇ ਹਾਂ, ਉੱਠਦੇ ਹਾਂ, ਗੱਲਬਾਤ ਕਰਦੇ ਹਾਂ, ਖਾਂਦੇ ਹਾਂ, ਪੀਂਦੇ ਹਾਂ, ਇਸੇ ਹੀ ਤਰ੍ਹਾਂ ਜੋ ਦੂਸਰਾ ਇਨਸਾਨ ਹੈ ਉਹਨੂੰ ਵੀ ਇਸ ਚੀਜ਼ ਦਾ ਹੱਕ ਹੈ ਕਿ ਉਹ ਵੀ ਆਪਣੇ ਤਰੀਕੇ ਦੇ ਨਾਲ ਜ਼ਿੰਦਗੀ ਨੂੰ ਜੀਏ। ਔਰ ਜਦੋਂ ਅਸੀਂ ਕਿਸੇ ਵੀ ਇਨਸਾਨ ਨੂੰ ਆਪਣੇ ਤਰੀਕੇ ਦੇ ਨਾਲ ਜ਼ਿੰਦਗੀ ਜਿਉਣ ਲਈ ਮਜਬੂਰ ਕਰਦੇ ਹਾਂ ਜਾਂ ਫਿਰ ਉਹਦੇ ਤੌਰ ਤਰੀਕੇ ਸਾਨੂੰ ਪਸੰਦ ਨਹੀਂ ਹੈ, ਉੱਥੇ ਆਪਸ ਦੇ ਵਿੱਚ ਮਨਮੁਟਾਵ ਹੋਣ ਦੀ ਸੰਭਾਵਨਾ ਪੈਦਾ ਹੋ ਜਾਂਦੀ ਹੈ। ਇੱਕ ਛੱਤ ਦੇ ਥੱਲੇ ਰਹਿਣ ਵਾਲੇ ਚਾਰ ਜੀਆਂ ਦੇ ਵੀ ਵਰਤਾਵ ਦੇ ਵਿੱਚ ਬਿਹੇਵੀਅਰ ਦੇ ਵਿੱਚ ਅਲੱਗ-ਅਲੱਗ ਤਰੀਕੇ ਦੇ ਗੁਣ ਜਾਂ ਅਵਗੁਣ ਪਾਏ ਜਾ ਸਕਦੇ ਆ। ਚਾਰਾਂ ਦੇ ਸੁਭਾਅ ਮੇਲ ਖਾਣਾ ਬਹੁਤ ਮੁਸ਼ਕਿਲ ਹੈ, ਲੇਕਿਨ ਅਗਰ ਅਸੀਂ ਆਪਣੀ ਜ਼ਿੰਦਗੀ ਨੂੰ ਸਹਿਜ ਦੇ ਵਿੱਚ ਜਿਉਣਾ ਚਾਹੁੰਦੇ ਹਾਂ ਤਾਂ ਇੱਕ ਦੂਸਰੇ ਦੀ ਆਦਤਾਂ ਨੂੰ ਸਵੀਕਾਰ ਕਰਨਾ ਜ਼ਰੂਰੀ ਹੈ। ਹੁਣ ਅਗਰ ਇਹ ਕਿਹਾ ਜਾਏ ਕਿ ਇਸ ਸ਼ਬਦ ਦਾ ਦੂਸਰਾ ਪਹਿਲੂ ਲੈ ਲਿਆ ਜਾਏ ਔਰ ਕਿਹਾ ਜਾਏ ਕਿ ਕੋਈ ਵੀ ਸਾਡੇ 'ਤੇ ਕੋਈ ਅਤਿਆਚਾਰ ਕਰੇ ਜਾਂ ਸਾਡੇ 'ਤੇ ਕੋਈ ਵੀ ਚੀਜ਼ ਨੂੰ ਥੋਪ ਦੇ ਔਰ ਅਸੀਂ ਉਹਨੂੰ ਚੁੱਪਚਾਪ ਸਹਿਨ ਕਰ ਲਈਏ, ਇਹ ਇੱਕ ਤਰ੍ਹਾਂ ਦਾ ਗੁਣ ਹੈ, ਇਹ ਵੀ ਇੱਕ ਟੋਲਰੈਂਸ ਹੈ। ਅਤੇ ਇਹ ਕਹਿਣਾ ਬਿਲਕੁਲ ਗਲਤ ਹੋਏਗਾ। ਅ ਟੋਲਰੈਂਟ ਪਰਸਨ, ਇੱਕ ਸਹਿਨ ਕਰਨ ਵਾਲੇ ਨੂੰ ਇਸ ਗੱਲ ਦਾ ਵੀ ਖਿਆਲ ਰੱਖਣਾ ਹੈ ਕਿ ਕਦੀ ਵੀ ਖੁਦ ਨੂੰ ਕਮਜ਼ੋਰ ਨਹੀਂ ਸਮਝਣਾ ਔਰ ਕਿਸੇ ਵੀ ਜ਼ੁਲਮ ਨੂੰ ਚੁੱਪਚਾਪ ਕਰਕੇ ਸਹਿਣਾ ਗਲਤ ਹੋਏਗਾ। ਸਗੋਂ ਆਪਣੇ ਹੋਂਦ ਦਾ ਪ੍ਰਗਟਾਵਾ ਸ਼ਾਂਤਮਈ ਅਤੇ ਠੋਸ ਦਲੀਲ ਦੇ ਨਾਲ ਕਰਨਾ ਵੀ ਟੋਲਰੈਂਸ ਦਾ ਹੀ ਇੱਕ ਹਿੱਸਾ ਹੈ। ਟੋਲਰੈਂਸ ਡਜ਼ ਨਾਟ ਮੀਨ ਟੂ ਕੰਸੀਡਰ ਵਨਸੈਲਫ ਵੀਕ। ਆਪਣੇ ਆਪ ਨੂੰ ਕਮਜ਼ੋਰ ਨਹੀਂ ਬਣਾਉਣਾ ਐਂਡ ਬੀਅਰ ਆਪਰੇਸ਼ਨ ਸਾਇਲੈਂਟਲੀ ਬਟ ਟੂ ਐਕਸਪ੍ਰੈਸ ਵਨ ਸੈਲਫ ਪੀਸਫੁਲੀ ਵਿਦ ਦ ਲੌਜਿਕ। ਦੂਸਰੇ ਨੂੰ ਅਗਰ ਅਸੀਂ ਆਪਣੇ ਦੂਸਰੇ ਦੇ ਸਾਹਮਣੇ ਆਪਣਾ ਕੋਈ ਵਿਊ ਰੱਖਣਾ ਹੈ, ਕੋਈ ਵਿਚਾਰ ਰੱਖਣਾ ਹੈ, ਅਤੇ ਉਸ ਵਿਚਾਰ ਨੂੰ ਰੱਖਣ ਦਾ ਤਰੀਕਾ ਸ਼ਾਂਤਮਈ ਹੋਣਾ ਚਾਹੀਦਾ ਹੈ। ਔਰ ਆਵਰ ਟੋਲਰੈਂਸ ਇਜ਼ ਟੈਸਟਡ ਇਨ ਐਡਵਰਸ ਕੰਡੀਸ਼ਨ। ਸਾਡੀ ਸਹਿਨਸ਼ੀਲਤਾ ਦੇ ਗੁਣ ਦੀ ਪਰਖ ਵੀ ਮੁਸੀਬਤ ਦੇ ਸਮੇਂ ਹੀ ਹੁੰਦੀ ਹੈ, ਜਿਹਦੇ ਵਿੱਚ ਕਿ ਅਕਸਰ ਸਹਿਨਸ਼ੀਲਤਾ ਦੀ ਕਮੀ ਹੋਣ ਕਰਕੇ ਇਨਸਾਨ ਜਲਦੀ ਘਬਰਾ ਜਾਂਦੇ ਹੈ, ਜਲਦੀ ਗੁੱਸੇ ਦੇ ਵਿੱਚ ਆ ਜਾਂਦੇ ਹੈ ਔਰ ਤਣਾਅਗ੍ਰਸਤ ਹੋ ਜਾਂਦੇ ਹੈ, ਉਹ ਟੈਨਸ਼ਨ ਦੇ ਵਿੱਚ ਆ ਜਾਂਦੇ ਹੈ। ਅਤੇ ਇਸ ਤਰ੍ਹਾਂ ਦੀ ਕੰਡੀਸ਼ਨਸ ਦੇ ਵਿੱਚ ਹੀ ਅਸਲ ਤੌਰ 'ਤੇ ਪਤਾ ਲੱਗਦਾ ਹੈ ਕਿ ਕਿਸੇ ਇਨਸਾਨ ਦੇ ਵਿੱਚ ਇਹ
ਟੋਲਰੈਂਸ ਦਾ ਜਾਂ ਸਹਿਨਸ਼ੀਲਤਾ ਦਾ ਗੁਣ ਕਿੰਨਾ ਕੁ ਮਜ਼ਬੂਤ ਹੈ। ਇਸ ਗੁਣ ਲਈ ਸਬਰ ਸੰਤੋਖੀ ਲੋਕਾਂ ਦੀ ਸੰਗਤ ਦਾ ਹੋਣਾ ਜ਼ਰੂਰੀ ਹੈ ਔਰ ਇਨੇਟ ਮੈਡੀਟੇਸ਼ਨ, ਪੋਜ਼ਿਟਿਵ ਥਿੰਕਿੰਗ, ਆਪਣੇ ਧਿਆਨ ਅਭਿਆਸ ਕਰਨ ਦੀ ਜ਼ਰੂਰਤ ਬਹੁਤ ਜ਼ਿਆਦਾ ਹੈ, ਜਿਹਦੇ ਨਾਲ ਇਸ ਗੁਣ ਦੇ ਵਿੱਚ ਵਾਧਾ ਹੋਏਗਾ। ਹੁਣ ਇਹਦਾ ਫਾਇਦਾ ਜੀਵਨ ਦੇ ਵਿੱਚ, ਇਹਦਾ ਫਾਇਦਾ ਕੀ ਹੋਏਗਾ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਉਣ ਵਾਲੀ ਮੁਸੀਬਤਾਂ ਦਾ ਹੱਲ ਸਹਿਜ ਦੇ ਵਿੱਚ ਕੱਢਣ ਦੇ ਨਾਲ ਸਮਰਥ ਹੋ ਜਾਵਾਂਗੇ। ਇਸ ਚੀਜ਼ ਨੂੰ ਬੁੱਕ ਦੇ ਵਿੱਚ ਇੱਕ ਛੋਟੀ ਜਿਹੀ ਕਹਾਣੀ ਦੇ ਨਾਲ ਬੜੇ ਵਧੀਆ ਤਰੀਕੇ ਦੇ ਨਾਲ ਸਮਝਾਇਆ ਗਿਆ। ਅਤੇ ਆਓ ਉਸ ਕਹਾਣੀ ਨੂੰ ਸਮਝ ਕੇ ਅਸੀਂ ਵੀ ਇਸ ਸ਼ਬਦ ਦਾ ਜੋ ਰੀਅਲ ਮੀਨਿੰਗ ਹੈ ਉਹ ਤੋਂ ਜਾਣੂ ਹੋ ਜਾਈਏ। ਮਨਜੀਤ ਨਾਮ ਦਾ ਇੱਕ ਵਿਦਿਆਰਥੀ ਸੀ ਔਰ ਉਹਦਾ ਕੱਦ ਬਹੁਤ ਜ਼ਿਆਦਾ ਛੋਟਾ ਸੀ। ਬਚਪਨ ਤੋਂ ਹੀ ਉਹਨੂੰ ਲੋਕ ਜਾਂ ਉਹਦੇ ਨਾਲ ਦੇ ਜੋ ਵਿਦਿਆਰਥੀ ਸੀ ਉਹ ਛੋਟੂ ਛੋਟੂ ਕਹਿ ਕੇ ਛੇੜਦੇ ਸੀ। ਜਦੋਂ ਉਹ ਇਸ ਤਰੀਕੇ ਦੇ ਨਾਲ ਆਪਣਾ ਨਾਮ ਸੁਣਦਾ ਅਤੇ ਗੁੱਸੇ ਦੇ ਵਿੱਚ ਅੱਗ ਬਬੂਲਾ ਹੋ ਜਾਂਦਾ। ਫਿਰ ਇੱਕ ਦਿਨ ਉਹਨੂੰ ਟੈਲੀਵਿਜ਼ਨ 'ਤੇ ਇੱਕ ਫਿਲਮ ਦੇਖਣ ਨੂੰ ਮਿਲੀ ਜਿਹਦੇ ਵਿੱਚ ਉਹਦੇ ਹੀ ਵਰਗਾ ਇੱਕ ਬੱਚਾ ਸੀ ਔਰ ਉਹਨੂੰ ਵੀ ਫਿਲਮ ਦੇ ਵਿੱਚ ਲੋਕ ਛੋਟੂ ਛੋਟੂ ਕਹਿ ਕੇ ਚਿੜਾਉਂਦੇ ਸੀ। ਲੇਕਿਨ ਉਸ ਬੱਚੇ ਦਾ ਰਿਐਕਸ਼ਨ, ਉਸ ਬੱਚੇ ਦਾ ਵਰਤਾਵ ਬਿਲਕੁਲ ਅਲੱਗ ਹੁੰਦਾ ਸੀ। ਜਦੋਂ ਕੋਈ ਉਹਨੂੰ ਛੋਟੂ ਕਹਿ ਕੇ ਛੇੜਦਾ ਅਤੇ ਉਹ ਮੁਸਕਰਾ ਕੇ ਕਹਿੰਦਾ, ਕੱਦ ਭਾਵੇਂ ਮੇਰਾ ਛੋਟਾ ਹੈ ਲੇਕਿਨ ਕੰਮ ਮੈਂ ਵੱਡੇ ਕਰਕੇ ਦਿਖਾਵਾਂਗਾ। ਇੱਕ ਦਿਨ ਕੰਮਾਂ ਨਾਲ ਹੀ ਮੈਂ ਵੱਡਾ ਬਣਨਾ ਹੈ। ਇਸ ਫਿਲਮ ਨੇ ਮਨਜੀਤ ਨੂੰ ਬਹੁਤ ਪ੍ਰਭਾਵਿਤ ਕੀਤਾ। ਮਨਜੀਤ ਦੇ ਦਿਲ ਨੂੰ ਚੀਰਦੀ ਹੋਈ ਉਹ ਗੱਲ ਇੰਨਾ ਜ਼ਿਆਦਾ ਇੰਪਰੈਸ ਕਰ ਗਈ ਕਿ ਉਹਨੇ ਵੀ ਇਹ ਪ੍ਰਣ ਲਿਆ ਕਿ ਅੱਜ ਤੋਂ ਬਾਅਦ ਉਹ ਕਿਸੇ ਦੇ ਵੀ ਛੋਟੂ ਨਾਮ ਲੈਣ 'ਤੇ ਖਿਜੇਗਾ ਨਹੀਂ, ਚਿੜਚਿੜਾ ਨਹੀਂ ਹੋਏਗਾ। ਔਰ ਇਸ ਪੋਜ਼ੀਟਿਵ ਥਿੰਕਿੰਗ ਨੇ, ਇਸ ਸੋਚ ਨੇ ਉਹਨੂੰ ਖੁਸ਼ ਮਿਜ਼ਾਜ ਬਣਾ ਦਿੱਤਾ। ਹੁਣ ਉਹ ਆਪਣੇ ਏਮ ਨੂੰ ਫੁੱਲਫਿਲ ਕਰਨ ਲਈ ਸਕੂਲ ਦੀਆਂ ਕਿਤਾਬਾਂ ਪੜ੍ਹਦਾ, ਲਾਇਬ੍ਰੇਰੀ ਵਿੱਚ ਜਾ ਕੇ ਘੰਟੋਂ ਸਟੱਡੀ ਦੇ ਉੱਪਰ, ਸਵੈ ਅਧਿਐਨ ਦੇ ਉੱਪਰ ਸਮੇਂ ਬਿਤਾ ਦਿੰਦਾ ਔਰ ਕਲਾਸ ਦੇ ਵਿੱਚ ਵੀ ਉਹ ਸੋਹਣੇ ਨੰਬਰ ਲੈ ਕੇ ਪਹਿਲੇ ਅਵਲ ਦਰਜੇ ਦੇ ਬੱਚਿਆਂ ਦੇ ਵਿੱਚ ਲਿਸਟ ਵਿੱਚ ਉਹਦਾ ਨਾਮ ਆਉਣ ਲੱਗ ਪਿਆ। ਅਧਿਆਪਕ, ਮਾਤਾ ਪਿਤਾ ਸਾਰੇ ਹੀ ਉੱਤੇ ਮਾਣ ਕਰਨ ਲੱਗੇ ਔਰ ਹੁਣ ਕੋਈ ਵੀ ਉਹਨੂੰ ਛੋਟੂ ਦੇ ਨਾਮ ਦੇ ਨਾਲ ਨਹੀਂ ਬੁਲਾਉਂਦਾ ਸੀ। ਉਹਦੀ ਸਖਤ ਮਿਹਨਤ ਸਦਕਾ ਉਹ PCS ਦਾ ਐਗਜ਼ਾਮ ਵੀ ਕਲੀਅਰ ਕਰ ਲਿਆ ਔਰ ਅੱਜ ਵੀ ਲੋਕਾਂ ਦੇ ਕੰਮ ਨੂੰ ਕਰਦਿਆਂ ਹੋਇਆਂ ਦਫ਼ਤਰ ਦੇ ਵਿੱਚ ਬਾਕੀ ਕਰਮਚਾਰੀਆਂ ਦੇ ਨਾਲ ਜਾਂ ਹੋਰ ਲੋਕਾਂ ਦੇ ਨਾਲ ਜਦੋਂ ਵੀ ਕਿਤੇ ਉਹ ਗੱਲ ਕਰਦਾ ਹੈ ਜਾਂ ਕੋਈ ਸਹਿਜ ਦੇ ਨਾਲ ਲਿਆ ਹੋਇਆ ਫੈਸਲਾ, ਜਿਸ ਚੀਜ਼ ਨੇ ਉਹਨੂੰ ਪੂਰੇ ਇਲਾਕੇ ਦੇ ਵਿੱਚ ਹਰਮਨ ਪਿਆਰਾ ਅਧਿਕਾਰੀ ਬਣਾ ਦਿੱਤਾ। ਅਤੇ ਇਸ ਕਹਾਣੀ ਤੋਂ ਅਸੀਂ ਜੋ ਸਿੱਖਦੇ ਹਾਂ ਕਿ ਇੱਕ ਸਹਿਨਸ਼ੀਲਤਾ ਇੱਕ ਜਾਦੂਈ ਕਮਾਲ ਵਾਲਾ ਗੁਣ ਹੈ, ਜਿਸ ਨੇ ਕਿ ਨਾ ਸਿਰਫ ਜ਼ਿੰਦਗੀ ਦੇ ਵਿੱਚ ਬਹੁਤ ਵੱਡੀ ਤਬਦੀਲੀ ਲੈ ਕੇ ਆ ਗਿਆ ਇਹ ਗੁਣ, ਬਲਕਿ ਇਸ ਗੁਣ ਦੇ ਨਾਲ ਜ਼ਿੰਦਗੀ ਜਾਂ ਇਨਸਾਨ ਦੀ ਕਾਇਆ ਹੀ ਪਲਟ ਹੋ ਗਈ। ਜਿੱਥੇ ਇੱਕ ਨੈਗੇਟਿਵਿਟੀ ਨਾਲ ਭਰੀ ਹੋਈ ਜ਼ਿੰਦਗੀ ਔਰ ਪਰੇਸ਼ਾਨੀਆਂ ਦੇ ਵਿੱਚ ਗੁਜ਼ਰਨੀ ਸੀ, ਉਹਦੀ ਜਗ੍ਹਾ ਪੋਜ਼ੀਟਿਵ ਹੋਣਾ ਔਰ ਸਹਿਨਸ਼ੀਲਤਾ, ਦੂਸਰੇ ਦੇ ਕਹੇ ਹੋਏ ਮਜ਼ਾਕ ਨੂੰ ਜਰ ਲੈਣਾ, ਉਹਨੂੰ ਸਹਿਨ ਕਰ ਲੈਣਾ ਉਸ ਸਮੇਂ ਔਰ ਫਿਰ ਆਪਣੇ ਆਪ ਦੇ ਨਾਲ ਇੱਕ ਪ੍ਰੋਮਿਸ ਕਰਨਾ ਕਿ ਮੈਂ ਇਹਨਾਂ ਦਾ ਜਵਾਬ ਆਪਣੇ ਕੰਮ ਰਾਹੀਂ ਦੇਵਾਂਗਾ। ਔਰ ਫਿਰ ਕਿਸੇ ਦੀ ਹਿੰਮਤ ਨਹੀਂ ਹੁੰਦੀ ਕਿ ਉਹ ਤੁਹਾਨੂੰ ਕਿਸੇ ਤਰੀਕੇ ਦੇ ਨਾਲ, ਗਲਤ ਤਰੀਕੇ ਦੇ ਨਾਲ ਤੁਹਾਨੂੰ ਪਰੇਸ਼ਾਨ ਕਰੇ ਜਾਂ ਬੋਲੇ ਹੋਏ ਸ਼ਬਦਾਂ ਦਾ ਅਸਰ ਤੁਹਾਡੇ 'ਤੇ ਬਿਲਕੁਲ ਨਹੀਂ ਹੋਣਾ ਚਾਹੀਦਾ, ਕਿਉਂਕਿ ਤੁਸੀਂ ਆਪਣੇ ਕੰਮਾਂ ਦੇ ਵਿੱਚ ਪਰਫੈਕਟ ਹੋ ਕੇ ਦੂਸਰਿਆਂ ਨੂੰ ਦਿਖਾਉਣਾ ਹੈ ਕਿ ਤੁਸੀਂ ਕਿਸੇ ਤੋਂ ਘੱਟ ਨਹੀਂ ਹੋ। ਸਹਿਨਸ਼ੀਲਤਾ, ਸਭ ਤੋਂ ਪਹਿਲੇ ਇਸ ਸ਼ਬਦ ਦਾ ਮਤਲਬ, ਇਸ ਸ਼ਬਦ ਦਾ ਅਰਥ, ਇਸ ਸ਼ਬਦ ਦਾ ਮੀਨਿੰਗ ਕਲੀਅਰ ਹੋਣਾ ਬਹੁਤ ਜ਼ਰੂਰੀ ਹੈ ਔਰ ਫਿਰ ਜ਼ਿੰਦਗੀ ਦੇ ਵਿੱਚ ਇਹਦੇ ਕੀ ਲਾਭ ਹਨ, ਇਸ ਚੀਜ਼ ਦਾ ਹੀ ਗਿਆਨ ਹੋਣਾ ਜਾਂ ਗਿਆਨ ਕਰਵਾਉਣਾ ਇਸ ਚੈਪਟਰ ਦਾ ਮੇਨ ਓਬਜੈਕਟਿਵ ਹੈ, ਮੇਨ ਮੋਟਿਵ ਹੈ। ਆਈ ਹੋਪ ਕਿ ਇਹ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਹੁਣ ਗੱਲ ਕਰੀਏ ਕੁਐਸਚਨ ਆਨਸਰਸ ਦੀ। ਅਤੇ ਅਗਰ ਤੁਹਾਨੂੰ ਇਸ ਲੈਸਨ ਤੋਂ ਰਿਲੇਟਿਡ ਪੁੱਛ ਲਿਆ ਜਾਂਦਾ ਹੈ ਇੱਕ ਸਵਾਲ ਕਿ ਮਨਜੀਤ ਆਪਣੇ ਸਾਥੀ ਵਿਦਿਆਰਥੀਆਂ ਦਾ ਛੋਟੂ ਕਹਿਣ ਦੇ ਬਾਵਜੂਦ ਫਿਰ ਗੁੱਸਾ ਕਿਉਂ ਨਹੀਂ ਕਰਦਾ ਸੀ, ਅਤੇ ਇਹਦੇ ਜਵਾਬ ਦੇ ਵਿੱਚ ਤੁਸੀਂ ਲਿਖ ਸਕਦੇ ਹਾਂ ਕਿ ਉਹਨੂੰ ਸਹਿਨਸ਼ੀਲਤਾ ਦੇ ਗੁਣ
ਉਹਦੀ ਜ਼ਿੰਦਗੀ ਦੇ ਵਿੱਚ ਆ ਚੁੱਕਿਆ ਸੀਗਾ ਔਰ ਉਹਦੀ ਸੋਚ ਸਕਾਰਾਤਮਕ ਹੋ ਗਈ ਸੀ, ਜਿਹਦੇ ਕਰਕੇ ਉਹ ਖੁਸ਼ਮਿਜ਼ਾਜ ਬਣ ਚੁੱਕਿਆ ਸੀ ਔਰ ਉਹਨੂੰ ਦੂਸਰਿਆਂ ਦੇ ਹੁਣ ਚੜਾਉਣ 'ਤੇ ਗੁੱਸਾ ਨਹੀਂ ਆਉਂਦਾ ਸੀ। He didn't get depressed by saying chotu by others because he got the virtue of tolerance in his life, and that's why he got positive thinking and he fulfilled his dream also by this quality of tolerance। ਜੇਕਰ ਤੁਸੀਂ ਘਰ, ਸਕੂਲ, ਆਂਢ ਗੁਆਂਢ ਅਤੇ ਰਿਸ਼ਤੇਦਾਰੀ ਵਿੱਚ ਸਹਿਨਸ਼ੀਲਤਾ ਨਾਲ ਵਿਚਰਦੇ ਹੋ ਤੇ ਤੁਹਾਨੂੰ ਕੀ ਫਾਇਦੇ ਹੋ ਸਕਦੇ ਹਨ? ਤੇ ਉਪਰੋਕਤ ਕਹਾਣੀ ਜੋ ਤੁਹਾਨੂੰ ਸੁਣਾਈ ਗਈ ਹੈ ਉਹਦੇ ਆਧਾਰ ਦੇ ਉੱਤੇ ਅਗਰ ਤੁਹਾਡੇ ਤੋਂ ਜਵਾਬ ਮੰਗਿਆ ਜਾਂਦਾ ਹੈ ਤੇ ਤੁਸੀਂ ਪਹਿਲੀ ਗੱਲ ਕਹੋਗੇ ਕਿ ਮੁਸ਼ਕਿਲਾਂ ਨੂੰ ਸਹਿਜ ਭਾਵ ਨਾਲ ਹੱਲ ਕਰਨ ਦਾ ਗੁਣ ਸਾਨੂੰ ਸਹਿਨਸ਼ੀਲਤਾ ਤੋਂ ਮਿਲਦਾ ਹੈ। ਸਭ ਦੀਆਂ ਗੱਲਾਂ ਨੂੰ ਸੰਯਮ ਦੇ ਨਾਲ ਸੁਣਨ ਦੀ ਆਦਤ ਪੈ ਜਾਂਦੀ ਹੈ ਔਰ ਫਿਰ ਸਭ ਦਾ ਸਤਿਕਾਰ ਕਰਦਾ ਹੈ, ਔਰ ਜਦੋਂ ਅਸੀਂ ਸਤਿਕਾਰ ਦੂਸਰਿਆਂ ਦਾ ਕਰਾਂਗੇ ਤੇ ਸਾਨੂੰ ਵੀ ਬਦਲੇ ਦੇ ਵਿੱਚ ਮਾਣ, ਸਤਿਕਾਰ, ਇੱਜ਼ਤ ਮਿਲੇਗੀ। ਅਗਲਾ ਪ੍ਰਸ਼ਨ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਸਹਿਨਸ਼ੀਲਤਾ ਹੋਣ ਨਾਲ ਸਮਾਜ ਵਿੱਚ ਵਧੇਰੇ ਸ਼ਾਂਤਮਈ ਤਰੀਕੇ ਨਾਲ ਰਿਹਾ ਜਾ ਸਕਦਾ ਹੈ? ਸੋ ਦਾ ਆਨਸਰ ਇਜ਼ ਯੈਸ। ਇਹਦਾ ਆਨਸਰ ਹੋਏਗਾ ਜੀ ਹਾਂ, ਇਹ ਸਹੀ ਹੈ ਕਿ ਸਹਿਨਸ਼ੀਲ ਹੋਣ ਨਾਲ ਸਮਾਜ ਵਿੱਚ ਵਧੇਰੇ ਸ਼ਾਂਤਮਈ ਤਰੀਕੇ ਨਾਲ ਰਿਹਾ ਜਾ ਸਕਦਾ ਹੈ। Or you can write, yes, it is right that one can live more peacefully in the society by being tolerant। ਪਾਰਟ 2 ਦੇ ਵਿੱਚ ਪਹਿਲਾ ਪ੍ਰਸ਼ਨ ਹੈ ਕਿ ਇੱਕ ਵਿਦਿਆਰਥੀ ਨੇ ਬਿਨਾਂ ਦੱਸੇ ਅਗਰ ਤੁਹਾਡੇ ਬੈਗ ਦੇ ਵਿੱਚੋਂ ਕਾਪੀ ਕੱਢ ਲਈ ਹੈ ਤੇ ਫਿਰ ਤੁਸੀਂ ਕੀ ਕਰੋਗੇ? ਤੇ ਉਹਦਾ ਜਵਾਬ ਹੋਏਗਾ ਕਿ ਮੈਂ ਉਸਨੂੰ ਕਹਾਂਗੀ ਜਾਂ ਕਹਾਂਗਾ ਕਿ ਜਦੋਂ ਵੀ ਕਾਪੀ ਦੀ ਜ਼ਰੂਰਤ ਹੋਵੇ ਤੇ ਮੇਰੇ ਕੋਲੋਂ ਮੰਗ ਕੇ ਲੈ ਲਵੇ, ਬੈਗ ਵਿੱਚੋਂ ਕੱਢੇ ਨਾ ਬਿਨਾਂ ਪੁੱਛੇ। I will tell him or her that if he or she needs any notebook, he or she should ask for it। ਦੂਸਰਾ ਪ੍ਰਸ਼ਨ, ਤੁਹਾਡੇ ਮਿੱਤਰ ਨੇ ਦੱਸਿਆ ਕਿ ਤੁਹਾਡੇ ਸਕੂਲ ਦਾ ਇੱਕ ਵਿਦਿਆਰਥੀ ਤੁਹਾਡੇ ਬਾਰੇ ਕੁਝ ਗਲਤ ਬੋਲ ਰਿਹਾ ਸੀ ਤੇ ਫਿਰ ਤੁਸੀਂ ਕੀ ਕਰੋਗੇ? What you will do? You will say that you don't care for such things. If needed, you will talk to him or her। ਤੁਸੀਂ ਕਹੋਗੇ ਮੈਂ ਇਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਕਰਦਾ, ਅਗਰ ਤੁਹਾਨੂੰ ਜ਼ਰੂਰਤ ਹੋਏ ਤਾਂ ਤੁਸੀਂ ਉਸ ਇਨਸਾਨ ਨੂੰ ਜਾਂ ਉਸ ਸਟੂਡੈਂਟ ਨੂੰ ਖੁਦ ਜਾ ਕੇ ਪਰਸਨਲੀ ਮਿਲ ਕੇ ਗੱਲ ਕਰ ਸਕਦੇ ਹੋ। ਤੀਸਰਾ ਪ੍ਰਸ਼ਨ ਹੈ, ਤੁਸੀਂ ਆਪਣੇ ਤੋਂ ਸੀਨੀਅਰ ਵਿਦਿਆਰਥੀ ਨਾਲ ਸਕੂਟਰ 'ਤੇ ਸ਼ਹਿਰ ਜਾ ਰਹੇ ਹੋ ਔਰ ਗਲਤੀ ਨਾਲ ਕਿਸੇ ਦੀ ਗੱਡੀ ਤੁਹਾਡੇ ਸਕੂਟਰ ਨੂੰ ਛੂਹ ਗਈ ਔਰ ਸਕੂਟਰ ਨਵਾਂ ਸੀ ਤੇ ਫਿਰ ਤੁਸੀਂ ਕੀ ਕਰੋਗੇ? ਤੇ ਉਹਦਾ ਰਾਈਟ ਆਪਸ਼ਨ ਹੈ ਯੂ ਵਿਲ ਸੇ ਪੋਲਾਈਟਲੀ, ਕਿਉਂਕਿ ਸਾਨੂੰ ਗੁਣ ਸਿਖਾਏ ਜਾ ਰਹੇ ਆ ਇੱਥੇ। ਅਸੀਂ ਕਿਸੇ ਦੇ ਨਾਲ ਉਦੋਂ ਤਿੱਕਰ ਨਹੀਂ ਲੜਨਾ ਜਦੋਂ ਤਿੱਕਰ ਇਹ ਲੱਗੇ ਕਿ ਸਾਡੇ ਉੱਪਰ ਬਿਨਾਂ ਕਾਰਨ ਅਤਿਆਚਾਰ ਹੋ ਰਹੇ ਹੈ, ਲੇਕਿਨ ਸਿਚੁਏਸ਼ਨਸ ਨੂੰ ਪਹਿਲੇ ਨੰਬਰ 'ਤੇ ਪੀਸਫੁਲੀ ਹੈਂਡਲ ਕਰਨਾ ਹੀ ਸਹਿਨਸ਼ੀਲਤਾ ਦਾ ਗੁਣ ਹੈ। ਯੂ ਵਿਲ ਸੇ ਪੋਲਾਈਟਲੀ ਪਲੀਜ਼ ਡਰਾਈਵ ਕੇਅਰਫੁਲੀ। ਅਸੀਂ ਕਹਾਂਗੇ ਪਿਆਰ ਦੇ ਨਾਲ ਪਹਿਲੇ ਕਿ ਗੱਡੀ ਧਿਆਨ ਨਾਲ ਚਲਾਇਆ ਕਰੋ। ਅਸੀਂ ਜ਼ਰੂਰਤ ਪਏ ਤੇ ਫਿਰ ਦੂਸਰਾ ਐਕਸ਼ਨ ਲਵਾਂਗੇ, ਅਦਰਵਾਈਜ਼ ਪਹਿਲੇ ਨੰਬਰ 'ਤੇ ਅਸੀਂ ਪੀਸਫੁਲੀ ਕੰਮ ਕਰਨਾ। ਅਗਲੇ ਪ੍ਰਸ਼ਨ ਦੇ ਵਿੱਚ ਪੁੱਛਿਆ ਗਿਆ ਕਿ ਅਗਰ ਸਕੂਲ ਛੁੱਟੀ ਹੋਣ ਤੋਂ ਬਾਅਦ ਕੋਈ ਵਿਦਿਆਰਥੀ ਤੁਹਾਡੇ ਨਾਲ ਵਧੀਕੀ ਕਰਦਾ ਹੈ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਉਸ ਸਮੇਂ ਤੁਹਾਡਾ ਕੀ ਰਿਐਕਸ਼ਨ ਹੋਣਾ ਚਾਹੀਦਾ ਹੈ? ਤੇ ਉਸ ਸਮੇਂ ਬੀ ਆਪਸ਼ਨ, ਤੁਸੀਂ ਉਦੋਂ ਕੁਝ ਨਹੀਂ ਬੋਲੋਗੇ, ਚੁੱਪਚਾਪ ਜਾਓਗੇ ਔਰ ਆਪਣੇ ਮਾਤਾ ਪਿਤਾ ਜਾਂ ਅਧਿਆਪਕ ਦੇ ਵਿੱਚ ਉਸ ਕੇਸ ਨੂੰ ਧਿਆਨ ਵਿੱਚ ਲਿਆ ਕੇ ਉਸ ਵਿਦਿਆਰਥੀ ਨਾਲ ਆਪਣਾ ਝਗੜਾ ਸੁਲਝਾ ਲਵੋਗੇ, ਬਸ਼ਰਤੇ ਕਿ ਆਪਣੇ ਆਪ ਖੁਦ ਫੈਸਲਾ ਲਓ। ਤੁਹਾਨੂੰ ਕੀ ਕਰਨਾ ਚਾਹੀਦਾ ਹੈ ਕਿ ਉਸ ਸਮੇਂ ਕੁਝ ਵੀ ਨਹੀਂ ਬੋਲਣਾ। ਯੂ ਵੋਂਟ ਸੇ ਐਨੀਥਿੰਗ ਐਟ ਦੈਟ ਟਾਈਮ ਐਂਡ ਵਿਲ ਲੀਵ ਪੀਸਫੁਲੀ। ਉੱਥੋਂ ਚੁੱਪਚਾਪ ਜਾਣਾ ਹੈ। ਯੂ ਵਿਲ ਬ੍ਰਿੰਗ ਇਟ ਟੂ ਦ ਨੋਟਿਸ ਆਫ ਯੂਰ ਪੇਰੈਂਟਸ ਐਂਡ ਟੀਚਰਸ ਐਂਡ ਸੌਟ ਆਊਟ ਦ ਮੈਟਰ ਆਫਟਰਵਰਡਸ। ਉਸ ਤੋਂ ਬਾਅਦ ਉਸ ਮਸਲੇ ਦਾ ਹੱਲ ਆਪਣੇ ਪੇਰੈਂਟਸ ਔਰ ਟੀਚਰ ਦੇ ਨਾਲ ਮਿਲ ਕੇ ਕੱਢਣਾ ਹੈ। ਅਗਲੀ ਸਿਚੁਏਸ਼ਨ ਹੈ ਕਿ ਤੁਹਾਡੇ ਸਾਥੀਆਂ ਕੋਲ ਮਹਿੰਗੇ ਮੋਬਾਈਲ ਫੋਨ ਹਨ ਔਰ ਤੁਸੀਂ ਆਪਣੇ ਮਾਪਿਆਂ ਨੂੰ ਕਈ ਵਾਰ ਫੋਨ ਲੈ ਕੇ ਦੇਣ ਨੂੰ ਕਿਹਾ ਪਰ ਉਹ ਨਹੀਂ ਲੈ ਕੇ ਦੇ ਰਹੇ ਹੈ ਕਿਸੇ ਵੀ ਕਾਰਨਵਸ਼, ਤੇ ਫਿਰ ਤੁਸੀਂ ਕੀ ਕਰੋਗੇ? You will understand the problem of your parents and give up your obstinacy। ਤੁਸੀਂ ਕੀ ਕਰਨਾ ਹੈ? ਮਾਤਾ ਪਿਤਾ ਦੀ ਮਜਬੂਰੀ ਨੂੰ ਸਮਝਣਾ ਹੈ ਔਰ ਆਪਣੀ ਜ਼ਿੱਦ ਨੂੰ ਛੱਡ ਦੇਣਾ ਹੈ। ਤੁਸੀਂ ਸਬਜ਼ੀ ਲੈਣ ਦੁਕਾਨ 'ਤੇ ਗਏ, ਉੱਥੇ ਭੀੜ ਸੀ
ਤੁਹਾਡੇ ਤੋਂ ਪਿੱਛੇ ਆ ਕੇ ਵੀ ਕੋਈ ਗਾਹਕ ਸਬਜ਼ੀ ਲੈ ਕੇ ਚਲੇ ਗਏ ਤੇ ਤੁਸੀਂ ਕੀ ਕਰੋਗੇ? ਤੁਹਾਡਾ ਰਿਐਕਸ਼ਨ ਕੀ ਹੋਏਗਾ? ਯੂ ਵਿਲ ਸੁਜੈਸਟ ਦ ਸ਼ੌਪਕੀਪਰ ਟੂ ਸੇਲ ਦ ਥਿੰਗਸ ਥਰੂ ਟੋਕਨ ਸਿਸਟਮ। ਤੁਸੀਂ ਦੁਕਾਨਦਾਰ ਨੂੰ ਇਹ ਸੁਝਾਅ ਦੇ ਸਕਦੇ ਆ ਕਿ ਇਸ ਤਰੀਕੇ ਦੇ ਨਾਲ ਜੋ ਸਬਜ਼ੀ ਲੈਣ ਆ ਰਿਹਾ ਪਿੱਛੋਂ ਆ ਕੇ ਵੀ ਕੋਈ ਅੱਗੇ ਲੱਗ ਜਾਂਦਾ ਹੈ ਤੇ ਪਿਛਲਿਆਂ ਦਾ ਸਮੇਂ ਬਰਬਾਦ ਹੁੰਦਾ ਹੈ। ਤੇ ਇੱਕ ਤਰ੍ਹਾਂ ਦਾ ਸੁਝਾਅ ਤੁਸੀਂ ਦੇ ਸਕਦੇ ਹੋ ਉਹਨੂੰ ਕਿ ਇੱਥੋਂ ਪਰਚੀ ਸਿਸਟਮ ਦਾ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ। ਨਾ ਸਿਰਫ ਸਬਜ਼ੀ ਦੀ ਦੁਕਾਨ 'ਤੇ ਇਸ ਚੀਜ਼ ਨੂੰ ਆਪਾਂ ਅਪਲਾਈ ਕਰ ਸਕਦੇ ਹਾਂ, ਬਲਕਿ ਕਿਤੇ ਵੀ ਜਿੱਥੇ ਕਿ ਲਾਈਨ ਲੱਗ ਰਹੀ ਹੈ ਕਿਸੇ ਚੀਜ਼ ਦੇ ਲਈ, ਉੱਥੇ ਪਿੱਛੋਂ ਆ ਕੇ ਅਗਰ ਕੋਈ ਲਾਈਨ ਤੋੜ ਕੇ ਅੱਗੇ ਚਲੇ ਜਾਂਦਾ ਹੈ ਤੇ ਉਹਨਾਂ ਦੇ ਨਾਲ ਉੱਥੇ ਗੁੱਸੇ ਦੇ ਵਿੱਚ ਵਰਤਾਵ ਕਰਨ ਤੋਂ ਬਿਹਤਰ ਹੋਏਗਾ ਕਿ ਜੋ ਉੱਥੇ ਅਧਿਕਾਰੀ ਲਾਈਨ ਦੇ ਵਿੱਚ ਕੰਮ ਕਰ ਰਹੇ ਹੈ ਉਹਨਾਂ ਦੀ ਨੌਲੇਜ ਵਿੱਚ ਇਹ ਚੀਜ਼ ਲੈ ਕੇ ਆਈ ਜਾਏ ਤਾਂ ਕਿ ਉਹ ਇਸ ਵਿਵਸਥਾ ਨੂੰ ਸਹੀ ਤਰੀਕੇ ਦੇ ਨਾਲ ਚਲਾ ਸਕਣ। ਤੇ ਇਹ ਤੁਸੀਂ ਦੇਖਿਆ ਹੋਵੇਗਾ ਕਿ ਸਾਰੀ ਕੰਡੀਸ਼ਨਸ ਦੇ ਵਿੱਚ ਜੋ ਵੀ ਮਸਲਾ ਹੱਲ ਕਰਨਾ ਹੈ, ਜੋ ਵੀ ਸਮੱਸਿਆ ਦਾ ਸਮਾਧਾਨ ਲੱਭਣਾ ਹੈ, ਉਹ ਟੋਲਰੈਂਸ ਸਹਿਣਸ਼ੀਲਤਾ ਨੂੰ ਅੱਗੇ ਰੱਖ ਕੇ ਹੀ ਹੱਲ ਕਰਨਾ ਬਿਹਤਰ ਹੋਏਗਾ ਲਾਈਫ ਦੇ ਵਿੱਚ। ਅਦਰਵਾਈਜ਼ ਕਾਲੇ ਪੈ ਜਾਣਾ ਔਰ ਗੁੱਸੇ ਦੇ ਵਿੱਚ ਲਏ ਹੋਏ ਫੈਸਲੇ ਬਹੁਤ ਵਾਰ ਗਲਤ ਸਾਬਿਤ ਹੁੰਦੇ ਆ ਔਰ ਅਸੀਂ ਉਸ ਚੀਜ਼ ਦੇ ਵਿੱਚ ਸ਼ੇਖੀ ਸਮਝਦੇ ਹਾਂ ਕਿ ਅਸੀਂ ਗੁੱਸੇ ਦੇ ਵਿੱਚ ਆ ਕੇ ਕਿਸੇ ਦੇ ਨਾਲ ਦੋ ਹੱਥ ਕਰ ਲਈਏ, ਲੇਕਿਨ ਇਹ ਫੈਸਲਾ ਗਲਤ ਹੋ ਸਕਦਾ ਹੈ। ਇਸ ਕਰਕੇ ਹਮੇਸ਼ਾ ਸ਼ੁਰੂਆਤ ਆਪਣੇ ਆਪ ਦੀ ਜੋ ਕਰਨੀ ਹੈ, ਆਪਣੀ ਸਹਿਣਸ਼ੀਲਤਾ ਦੇ ਗੁਣ ਦੇ ਨਾਲ ਹਰ ਸਮੱਸਿਆ ਦਾ ਸਮਾਧਾਨ ਕਰਨੇ ਦੀ ਕੋਸ਼ਿਸ਼ ਕਰਨੀ ਹੈ। ਸੋ ਥੈਂਕਸ ਅ ਲੋਟ ਫॉर ਦਿਸ ਫਰਸਟ ਚੈਪਟਰ।